ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਬਹੁਤ ਹੀ ਖਾਸ ਪ੍ਰੋਗਰਾਮ ਕਰਾਂਗੇ। ਗੱਲ ਫੇਰ ਕਿਊਬਿਕ ਦੀ ਕਰਾਂਗੇ। ਕਿਊਬਿਕ ਮੌਂਟਰੀਅਲ ਦੇ ਵਿੱਚ ਵੱਡੀ ਗਿਣਤੀ 'ਚ ਵਿਦਿਆਰਥੀ ਪੜ੍ਹਨ ਜਾਇਆ ਕਰਦੇ ਸੀ, ਪਰ ਇਸ ਵਾਰ ਟ੍ਰੈਂਡ ਬਹੁਤ ਘੱਟ ਹੈ। ਨਵੀਆਂ ਐਪਲੀਕੇਸ਼ਨਸ ਨਾ ਮਾਤਰ ਲੱਗ ਰਹੀਆਂ ਨੇ। ਅਜਿਹਾ ਕਿਉਂ? ਅਸਲ 'ਚ ਪਿਛਲੇ ਸਮਿਆਂ ਦੇ ਵਿੱਚ ਕੁਝ ਏਜੰਟਸ ਨੇ ਕੁਝ ਅਜਿਹੇ ਕੰਮ ਕੀਤੇ ਜਿਸ ਤੋਂ ਬਾਅਦ ਕਿਊਬਿਕ ਇੰਜ ਲੱਗਦਾ ਕਿ ਵਿਦਿਆਰਥੀਆਂ ਦਾ ਰੁਝਾਨ ਗੁਆ ਗਿਆ। ਪਰ ਹਜੇ ਵੀ ਕੁਝ ਵਿਦਿਆਰਥੀ ਅਜਿਹੇ ਨੇ ਜਿਨ੍ਹਾਂ ਕੋਲੇ ਮੌਕਾ ਹੈ ਕਿਊਬਿਕ 'ਚ ਜਾ ਕੇ ਪੜ੍ਹਨ ਦਾ। ਕੈਨੇਡਾ ਦੀਆਂ 5 ਵੱਡੀਆਂ ਯੂਨੀਵਰਸਿਟੀਜ਼ ਦੇ ਵਿੱਚੋਂ 2 ਕਿਊਬਿਕ 'ਚ ਨੇ। ਕਈ ਕਾਲਜਸ ਨੇ ਕਿਊਬਿਕ 'ਚ ਜਿਨ੍ਹਾਂ ਦਾ ਪੋਲਿਸੀ ਕੰਪਲਾਇੰਸ ਰੇਟ ਬਹੁਤ ਜ਼ਿਆਦਾ ਚੰਗਾ ਹੈ। ਚੰਗੇ ਕਾਲਜ ਵੀ ਨੇ, ਪਰ ਤੁਸੀਂ ਚੁਣਨਾ ਕੀ ਹੈ? ਤੁਸੀਂ ਕਿਸੇ ਅਜਿਹੇ ਗਲਤ ਏਜੰਟ ਦੇ ਧੱਕੇ ਨਹੀਂ ਚੜ੍ਹਨਾ ਜਿਹੜਾ ਤੁਹਾਡਾ ਨੁਕਸਾਨ ਕਰੇ, ਜਿਹੜਾ ਝੂਠੀ ਇਨਫੋਰਮੇਸ਼ਨ ਦੇਵੇ, ਫੀਸ ਆਫਟਰ ਵੀਜ਼ਾ ਨਹੀਂ ਕਰਨਾ, ਗਲਤ ਡਾਕੂਮੈਂਟ ਨਹੀਂ ਦੇਣਾ, ਇਨਫੋਰਮੇਸ਼ਨ ਹਾਈਡ ਨਹੀਂ ਕਰਨੀ। ਫਿਰ ਤਾਂ ਤੁਸੀਂ ਕਿਊਬਿਕ ਅਪਲਾਈ ਵੀ ਕਰ ਸਕਦੇ ਹੋ ਅਤੇ ਪੜ੍ਹ ਵੀ ਸਕਦੇ ਹੋ, ਕਿਉਂਕਿ ਕਿਊਬਿਕ ਬਹੁਤ ਜਲਦ ਫੇਰ ਹੋ ਜਾਣੀ ਹੈ। ਅੱਜ ਜਦੋਂ ਕੈਨੇਡਾ ਦੇ ਵਿੱਚ ਮਈ, ਸੈਪਟੰਬਰ, ਜਨਵਰੀ 22 ਤੱਕ ਦੀ ਵੇਟਿੰਗ ਚੱਲ ਰਹੀ ਹੈ, ਤਾਂ ਕਿਊਬਿਕ 'ਚ ਮਈ ਇਨਟੇਕ ਵੀ ਓਪਨ ਹੈ। ਪਰ ਕਿਹੜੇ ਵਿਦਿਆਰਥੀ ਐਡਮਿਸ਼ਨ ਲੈ ਸਕਦੇ ਨੇ ਇਹ ਵੀ ਤੁਹਾਨੂੰ ਦੱਸਾਂਗੇ। ਪਰ ਮੇਰਾ ਤੁਹਾਨੂੰ ਸਲਾਹ ਇਹ ਹੈ ਕਿ ਅਗਰ ਤੁਸੀਂ ਕਿਊਬਿਕ 'ਚ ਪੜ੍ਹਨ ਜਾਣਾ ਹੈ ਤੇ CICC ਮੈਂਬਰ, ਪਹਿਲਾਂ ਹੁੰਦੇ ਸੀਗੇ ICCRC ਮੈਂਬਰ, ਹੁਣ ਬਣ ਗਏ ਨੇ CICC ਮੈਂਬਰ, ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟ। ਫਿਰ ਇੱਕ ਵਾਰ ਸੁਣ ਲਓ, ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ। ਇਹਨਾਂ ਦੇ ਜ਼ਰੀਏ ਹੀ ਤੁਸੀਂ ਸਲਾਹ ਮਸ਼ਵਰਾ ਕਰਕੇ ਅਪਲਾਈ ਕਰੋਗੇ ਅਤੇ ਤੁਸੀਂ ਕਿਸੇ ਮਾੜੇ ਵਤੀਰੇ ਤੋਂ ਬਚੋਗੇ, ਨਾ ਤੁਹਾਡੇ ਫਿਰ ਪੈਸੇ ਫਸਣੇ ਨੇ। ਔਰ ਦੂਸਰਾ, ਬਹੁਤ ਸਾਰੇ ਵਿਦਿਆਰਥੀ ਨੇ ਜਿਨ੍ਹਾਂ ਦੇ ਰਿਫੰਡ ਨਹੀਂ ਆ ਰਹੇ। ਹੁਣ ਜੇ ਤੁਸੀਂ ਰਿਫੰਡ ਲੈਣੇ ਨੇ, ਜਿਨ੍ਹਾਂ ਦੇ ਕਿਊਬਿਕ 'ਚ ਰਿਫੰਡ ਫਸੇ ਨੇ, ਅਤੇ ਉਹ ਵੀ ਤੁਸੀਂ CICC ਮੈਂਬਰ ਨੇ ਜਿਹੜੇ ਸਾਡੇ ਨਾਲ ਅਜਿੰਦਰਬੀਰ ਕੌਰ ਗਿੱਲ, ਸਕਾਈਟੈਗ ਇਮੀਗ੍ਰੇਸ਼ਨ ਦੇ ਮੁਖੀ ਨੇ, ਔਰ ਉਹਨਾਂ ਦੇ ਹੀ ਸਾਥੀ ਸਾਡੇ ਨਾਲ ਮੌਜੂਦ ਨੇ ਰਿਪਰੈਜ਼ੈਂਟੇਟਿਵ ਪਵਨਦੀਪ ਸਿੰਘ ਸੰਧੂ ਸਾਹਿਬ, ਉਹ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਇਹਨਾਂ ਦੇ ਜ਼ਰੀਏ ਤੁਸੀਂ ਹੈਲਪ ਲੈ ਸਕਦੇ ਹੋ ਅਗਰ ਤੁਹਾਡੇ ਰਿਫੰਡ ਫਸੇ ਹੋਏ ਨੇ ਕਿਊਬਿਕ ਦੇ ਵਿੱਚ। ਪਵਨਦੀਪ ਜੀ, ਬਹੁਤ ਬਹੁਤ ਸਵਾਗਤ ਹੈ। ਸੁਰਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹਦੇ ਨਾਲ ਮੈਂ ਸਾਰੇ ਵਿਊਅਰਸ ਦਾ ਅਤੇ ਰਿਸਪੈਕਟਡ ਸਟੂਡੈਂਟਸ ਦਾ ਅਤੇ ਉਹਨਾਂ ਦੇ ਰਿਸਪੈਕਟਡ ਪੇਰੈਂਟਸ ਨੂੰ ਮੈਂ ਦੋਵੇਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਕਰਨਾ ਚਾਹੂੰਗਾ। ਬਹੁਤ ਬਹੁਤ ਧੰਨਵਾਦ ਪਵਨਦੀਪ ਜੀ। ਪਵਨਦੀਪ ਜੀ ਦਾ ਅਜਿੰਦਰਬੀਰ ਕੌਰ ਗਿੱਲ ਅਜਿੰਦਰਬੀਰ ਕੌਰ ਗਿੱਲ ਹੋਣੀ ਪਹਿਲਾਂ ICCRC ਮੈਂਬਰ ਨੇ, ਹੁਣ ਉਹਨਾਂ ਦਾ ਡੈਜ਼ਿਗਨੇਸ਼ਨ ਬਦਲ ਕੇ ਹੋ ਗਿਆ CICC, ਕਿਉਂਕਿ ICCRC ਮੈਂਬਰ ਸੀ ਜਿਹੜੇ, ਉਹ ਸਾਰੇ CICC ਮੈਂਬਰ ਬਣਾ ਦਿੱਤੇ ਨੇ ਕੈਨੇਡਾ ਨੇ। ਮੌਂਟਰੀਅਲ 'ਚ ਇਹਨਾਂ ਦਾ ਆਫਿਸ ਹੈ। ਹੁਣ ਮੈਂ ਇਹ ਜਾਣਨਾ ਚਾਹੁੰਦਾ, ਪਹਿਲਾਂ ਤਾਂ ਇਹ ਦੱਸੋ ਜੀ, ਬਹੁਤ ਸਾਰੇ ਵਿਦਿਆਰਥੀਆਂ ਦੇ ਰਿਫੰਡ ਫਸੇ ਹੋਏ ਨੇ ਕਿਊਬਿਕ 'ਚ। ਉਹ ਵਿਦਿਆਰਥੀ ਜਿਨ੍ਹਾਂ ਨੂੰ ਰਿਫੰਡ ਨਹੀਂ ਮਿਲ ਰਹੇ, ਫੀਸਾਂ ਫਸੀਆਂ ਪਈਆਂ ਨੇ, ਤੁਸੀਂ ਕਿਵੇਂ ਉਹਨਾਂ ਦੀ ਹੈਲਪ ਕਰ ਸਕਦੇ ਹੋ? ਸੁਰਿੰਦਰ ਜੀ, ਤੁਹਾਡਾ ਜਿਹੜਾ ਤੁਸੀਂ ਅੱਜ ਦਾ ਟੌਪਿਕ ਸ਼ੁਰੂ ਕੀਤਾ, ਇਹ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਇਹਦੇ ਉੱਤੇ ਆਪਾਂ ਅੱਜ ਖੁੱਲ੍ਹ ਕੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਆਪਣੀ ਕੰਪਨੀ ਬਾਰੇ ਦੱਸਣਾ ਚਾਹੂੰਗਾ ਕਿ ਸਾਡੀ ਜਿਹੜੀ ਕੰਪਨੀ ਹੈ CICC ਮੈਂਬਰ ਹੈ, ਅਤੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਸਾਡਾ ਜਿਹੜਾ ਮੇਨ ਆਫਿਸ ਹੈ, ਸਾਡਾ ਜਿਹੜਾ ਹੈੱਡ ਆਫਿਸ ਹੈ ਮੌਂਟਰੀਅਲ ਦੇ ਵਿੱਚ ਹੈ, ਮੌਂਟਰੀਅਲ ਕੈਨੇਡਾ ਦੇ ਵਿੱਚ ਹੈ, ਜਿਹਦਾ ਤੁਹਾਨੂੰ ਲਾਹਾ ਲੈਣਾ ਚਾਹੀਦਾ। ਆਪਾਂ ਸਟਾਰਟਿੰਗ ਕਰਾਂਗੇ ਕਿਊਬਿਕ ਦੇ ਇੱਕ ਟੌਪਿਕ ਨੂੰ ਕਿ ਜਿਹੜੇ ਬਹੁਤ ਸਾਰੇ ਬੱਚਿਆਂ ਦੇ ਜਿਹੜੇ ਰਿਫੰਡ ਨੇ ਉਹ ਹਾਲੇ ਵੀ ਫਸੇ ਹੋਏ ਨੇ। ਹੁਣ ਜੇ ਦੇਖਿਆ ਜਾਵੇ ਕਿ ਕਈ ਬੱਚਿਆਂ ਨੇ 2020 ਦੇ ਵਿੱਚ ਮਾਰਚ ਦੇ ਵਿੱਚ ਜਿਹਨਾਂ ਦੇ ਰਿਜ਼ਲਟ ਆਉਣੇ ਚਾਹੀਦੇ ਸੀਗੇ, ਫਿਰ ਉਸ ਤੋਂ ਬਾਅਦ 2021 ਵੀ ਆ ਗਿਆ ਕਈਆਂ ਦਾ, ਹੁਣ 2022 ਦੇ ਐਂਡ ਤੱਕ ਵੀ ਕਈਆਂ ਦੇ ਰਿਜ਼ਲਟ ਨਹੀਂ ਆਏ, ਜਾਂ ਆਏ ਤਾਂ ਕਈਆਂ ਦਾ ਰਿਫਿਊਜ਼ਲ ਆ ਗਿਆ। ਰਿਫਿਊਜ਼ਲ ਤੋਂ ਬਾਅਦ ਬਹੁਤ ਸਾਰੇ ਬੱਚੇ ਨੇ ਆਪਣਾ ਰਿਫੰਡ ਦਾ ਵੇਟ ਕਰ ਰਹੇ ਨੇ। ਹੁਣ ਉਹਦੇ ਬਹੁਤ ਸਾਰੇ ਰੀਜ਼ਨਸ ਹੋ ਸਕਦੇ ਨੇ। ਹੋ ਸਕਦਾ ਹੈ ਕਿ ਜਿਹੜਾ ਤੁਹਾਡਾ ਕੰਸਲਟੈਂਟ ਜਿਹਦੇ ਥਰੂ ਤੁਸੀਂ ਆਪਣਾ ਅਪਲਾਈ ਕੀਤਾ ਸੀਗਾ ਵੀਜ਼ਾ, ਹੋ ਸਕਦਾ ਕਿ ਉਹਦਾ ਡਾਇਰੈਕਟ ਟਾਈ ਅਪ ਹੀ ਨਾ ਹੋਵੇ ਉਹਨਾਂ ਕਾਲਜਸ ਦੇ ਨਾਲ ਜਿਹੜੇ ਕਿ ਮੌਂਟਰੀਅਲ ਦੇ ਵਿੱਚ ਸੀਗੇ, ਅਤੇ ਜਿਹਦੇ ਕਰਕੇ ਪ੍ਰੋਪਰ ਕਮਿਊਨੀਕੇਸ਼ਨ ਜਿਹੜਾ ਚੈਨਲ ਹੈ ਉਹ ਸਹੀ ਤਰੀਕੇ ਨਾਲ ਕਮਿਊਨੀਕੇਸ਼ਨ ਨਾ ਹੋ ਪਾ ਰਹੀ ਹੋਵੇ ਕਾਲਜ ਦੇ ਨਾਲ, ਜਿਹਦੇ ਕਰਕੇ ਤੁਹਾਡੇ ਰਿਫੰਡ ਨੂੰ ਇੰਨਾ ਡਿਲੇ ਮਿਲ ਰਿਹਾ। ਅਤੇ ਤੁਹਾਨੂੰ ਫਾਇਦਾ ਚੁੱਕਣਾ ਚਾਹੀਦਾ ਹੈ ਕਿ ਜੇ ਸਾਡਾ ਆਫਿਸ ਜਿਹੜਾ ਹੈਗਾ ਮੌਂਟਰੀਅਲ ਦੇ ਵਿੱਚ ਹੈ, ਅਤੇ ਸਾਡੇ ਡਾਇਰੈਕਟ ਟਾਈ ਅਪਸ ਵੀ ਨੇ ਕਾਲਜਸ ਦੇ ਨਾਲ, ਅਤੇ ਜੇ ਤੁਹਾਡਾ ਕੋਈ ਵੀ ਰਿਫੰਡ ਨੂੰ ਲੈ ਕੇ ਕੋਈ ਤੁਹਾਨੂੰ ਮਿਸਕਨਸੈਪਸ਼ਨ ਹੈ, ਜਾਂ ਤੁਹਾਨੂੰ ਕੋਈ ਕਨਫਿਊਜ਼ਨ ਹੈ, ਜਾਂ ਬਹੁਤ ਟਾਈਮ ਹੋ ਗਿਆ ਤੁਹਾਡਾ ਰਿਫੰਡ ਨਹੀਂ ਆਇਆ, ਤੁਸੀਂ ਸਾਡੀ ਟੀਮ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਅਤੇ ਮੌਂਟਰੀਅਲ ਦੇ ਵਿੱਚ ਜਿਹੜਾ ਸਾਡਾ ਆਫਿਸ ਹੈ ਉਹ ਮੌਂਟਰੀਅਲ ਦੇ ਵਿੱਚ ਜਿਹੜੇ ਕਾਲਜਸ ਨੇ ਉਹਨਾਂ ਨਾਲ ਕੰਟੈਕਟ ਕਰਕੇ ਤੁਹਾਡੇ ਰਿਫੰਡਸ ਨੂੰ ਛੇਤੀ ਤੋਂ ਛੇਤੀ ਵਾਪਸ ਲਿਆਉਣ ਦੀ ਕੋਸ਼ਿਸ਼ ਕਰੂਗਾ। ਬਿਲਕੁਲ ਠੀਕ ਹੈ। ਸੋ ਰਿਫੰਡਸ ਤੁਹਾਡੇ ਵਾਪਸ ਆਉਣ ਦੇ ਲਈ ਸਕਾਈਟੈਗ ਇਮੀਗ੍ਰੇਸ਼ਨ ਤੁਹਾਡੀ ਹੈਲਪ ਕਰ ਸਕਦਾ। ਪੰਜਾਬ 'ਚ ਜਲੰਧਰ, ਗੁਰਦਾਸਪੁਰ, ਅਬੋਹਰ
ਇਹਨਾਂ ਦੇ ਦਫ਼ਤਰ ਹੈ। ਪੰਜਾਬ ਸਰਕਾਰ ਦਾ ਵੀ ਲਾਇਸੈਂਸ ਹੈ ਸਕਾਈ ਟੈਗ ਇਮੀਗ੍ਰੇਸ਼ਨ ਕੋਲੇ ਵੀ, ਔਰ ਕੈਨੇਡੀਅਨ ਗਵਰਨਮੈਂਟ ਦਾ CICC ਦਾ ਇਹ ਮੈਂਬਰ ਨੇ, ਲਾਇਸੈਂਸ ਹੈ ਇੱਕ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ। ਕੈਨੇਡਾ ਦੇ ਜਿਹੜੇ ਜਿੰਨੇ ਵੀ ਮਨਜ਼ੂਰਸ਼ੁਦਾ ਕੰਸਲਟੈਂਟਸ ਨੇ ਉਹਨਾਂ ਦੀ ਲਿਸਟ 'ਚ ਇਹਨਾਂ ਦਾ ਵੀ ਨਾਮ ਹੈ, ਨਾਲ ਫੋਟੋ ਵੀ ਲੱਗੀ ਹੋਣੀ ਮੈਨੂੰ ਲੱਗਦਾ ਜੀ, ਹਾਂ ਤਸਵੀਰ ਵੀ ਨਾਲ ਲੱਗੀ ਹੋਈ ਹੈ ਆਇਡੈਂਟੀਟੀ ਦੇ ਤੌਰ ਤੇ। ਹੁਣ ਸਵਾਲ ਮੈਨੂੰ ਇਹ ਦੱਸੋ ਕਿ ਹੁਣ ਮਈ ਇਨਟੇਕ ਕਿਤੇ ਨਹੀਂ ਮਿਲ ਰਿਹਾ, ਪਰ ਤੁਸੀਂ ਮੈਨੂੰ ਦੱਸਿਆ ਪਹਿਲਾਂ ਕਿ ਕਿਊਬਿਕ 'ਚ ਮਿਲ ਰਿਹਾ। ਕਿਹੜੇ ਵਿਦਿਆਰਥੀ ਕਿਊਬਿਕ 'ਚ ਮਈ ਇਨਟੇਕ ਅਪਲਾਈ ਕਰਨ ਤੇ ਕੀ ਗਰੰਟੀ ਹੈ ਉਹਨਾਂ ਦਾ ਨੁਕਸਾਨ ਨਹੀਂ ਹੋਏਗਾ? ਕੀ ਸਿਰਫ CICC ਮੈਂਬਰ ਦੇ ਥਰੂ ਅਪਲਾਈ ਕਰਨ ਦੇ ਨਾਲ ਉਹਨਾਂ ਦਾ ਕੈਰੀਅਰ ਤੇ ਉਹਨਾਂ ਦੀਆਂ ਫੀਸਾਂ ਸਾਰੀਆਂ ਸੇਫ ਨੇ? ਸੁਰਿੰਦਰ ਜੀ, ਇਹ ਤੁਹਾਡਾ ਦੂਸਰਾ ਜਿਹੜਾ ਸਵਾਲ ਹੈ ਇਹ ਜਾਣੀ ਕਿ ਬੜਾ ਹੀ ਇੰਪੋਰਟੈਂਟ ਹੈ ਕਿ ਆਖਿਰ CICC ਮੈਂਬਰ ਤੋਂ ਤੁਸੀਂ ਆਪਣੀ ਫਾਈਲ ਕਿਉਂ ਅਪਲਾਈ ਕਰਾਓ। ਹੁਣ ਇਹਦਾ ਮੈਂ ਤੁਹਾਨੂੰ ਸਭ ਤੋਂ ਵੱਡਾ ਰੀਜ਼ਨ ਤੁਹਾਨੂੰ ਇਹ ਦਊਂਗਾ ਕਿ ਜਿਹੜਾ CICC ਮੈਂਬਰ ਹੈਗਾ ਉਹ ਜਵਾਬਦੇਹੀ ਹੈ ਕੈਨੇਡਾ ਇਮੀਗ੍ਰੇਸ਼ਨ ਨੂੰ। ਹੁਣ ਲੈਟਸ ਸੇ ਕਿ ਇੱਕ ਸਟੂਡੈਂਟ ਜਦੋਂ ਆਫਿਸ ਦੇ ਵਿੱਚ ਆਉਂਦਾ ਹੈ, ਉਹਦੀ ਕਾਉਂਸਲਿੰਗ ਤੋਂ ਬਾਅਦ ਜਿਹੜੇ ਉਹਦੇ ਡਾਕੂਮੈਂਟਸ ਨੂੰ ਸੁਜੈਸਟ ਕੀਤੇ ਜਾਂਦੇ ਨੇ, ਠੀਕ ਹੈ, ਉਹਨੂੰ ਕੈਨੇਡਾ ਇਮੀਗ੍ਰੇਸ਼ਨ ਦੇ ਰੂਲਸ ਦੇ ਅਕੋਰਡਿੰਗ ਹੀ ਸਾਰਾ ਕੁਝ ਸੁਜੈਸਟ ਕੀਤਾ ਜਾਂਦਾ ਹੈ ਤੇ ਇਹ ਮੇਕ ਸ਼ੋਰ ਕੀਤਾ ਜਾਂਦਾ ਹੈ ਕਿ ਜਿਹੜੇ ਜਿੰਨੇ ਵੀ ਡਾਕੂਮੈਂਟਸ ਨੇ ਉਹ ਸਹੀ ਤਰੀਕੇ ਨਾਲ ਤੁਹਾਡੀ ਫਾਈਲ ਦੇ ਵਿੱਚ ਲੱਗੇ ਨੇ। ਤੇ ਜੇ ਮੰਨ ਲਓ ਤੁਹਾਡੀ ਫਾਈਲ ਦੇ ਵਿੱਚ ਕੋਈ ਕਮੀ ਪੇਸ਼ੀ ਹੈ, ਲੈਟਸ ਸੇ ਜੇ ਤੁਹਾਡੇ ਕੋਈ ਅਕੈਡਮਿਕਸ ਤੁਹਾਡੇ ਸਟਰੋਂਗ ਨਹੀਂ ਗਏ ਜਾਂ ਆਇਲਸ ਦੇ ਵਿੱਚ ਤੁਹਾਡੇ ਬੈਂਡਸ ਇਨਫ ਨਹੀਂ ਗਏ, ਤੇ ਤੁਹਾਡੀ ਦੋਵਾਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਤੁਹਾਨੂੰ ਸੁਜੈਸਟ ਕੀਤਾ ਜਾਂਦਾ ਹੈ ਕਿ ਤੁਸੀਂ ਆਪਣੀ ਫਾਈਲ ਨੂੰ ਵਧੀਆ ਕਿਵੇਂ ਕੀਤਾ ਜਾਵੇ, ਤੇ ਉਸ ਤੋਂ ਬਾਅਦ ਹੀ ਤੁਹਾਡੀ ਫਾਈਲ ਲਾਈ ਜਾਂਦੀ ਹੈ। ਪਰ ਜਿਹੜਾ ਨਾਰਮਲ ਜਿਹੜੇ ਏਜੰਟਸ ਨੇ ਉਹ ਕਈ ਵਾਰਾਂ ਤੁਹਾਡਾ ਟਾਈਮ ਵੇਸਟ ਕਰਦੇ ਹੋਏ ਜਿਹੜੀ ਮੇਨ ਪ੍ਰੋਬਲਮ ਹੁੰਦੀ ਹੈ ਤੁਹਾਡੀ ਫਾਈਲ ਦੇ ਵਿੱਚ ਨਹੀਂ ਦੱਸਦੇ, ਜਾਂ ਮੰਨ ਲਓ ਕਈ ਵਾਰਾਂ ਬੱਚੇ ਦੇ ਜੇ 3 ਮਾਡਲ 'ਚ 6 ਬੈਂਡ ਨੇ ਜਾਂ ਇੱਕ 'ਚ 5.5 ਹੈ, ਤਾਂ ਬੱਚੇ ਨੂੰ ਸੁਜੈਸਟ ਹੀ ਨਹੀਂ ਕਰਦੇ ਕਿ ਤੁਸੀਂ ਆਪਣਾ ਜਿਹੜਾ ਆਇਲਸ ਦਾ ਜਿਹੜਾ ਤੁਹਾਡਾ ਬੈਂਡ ਸਕੋਰ ਹੈ ਉਹ ਇੰਪਰੂਵ ਕਰ ਲਓ। ਪਰ ਹੁੰਦਾ ਕੀ ਕਿ ਕਈ ਵਾਰਾਂ ਕਿਉਂਕਿ ਤੁਹਾਡੇ ਕੋਲ ਇਨਫ ਟਾਈਮ ਹੁੰਦਾ ਹੈ, ਕਿਉਂਕਿ ਲੈਟਸ ਸੇ ਕਿ ਹੁਣ ਜੇ ਕਿਸੇ ਬੱਚੇ ਨੇ ਮਈ ਇਨਟੇਕ 'ਚ ਅਪਲਾਈ ਕਰਨਾ ਹੈ, ਤੇ ਹੁਣ ਅੱਜ ਦੇ ਟਾਈਮ ਦੇ ਵਿੱਚ ਜੇ ਲੈਟਸ ਸੇ ਕਿ ਬੱਚੇ ਦੇ 3 ਮਾਡਿਊਲ 'ਚ 6 ਨੇ, ਇੱਕ 'ਚ 5.5 ਨੇ, ਤੇ ਆਪਾਂ ਉਹਨਾਂ ਦੀ ਆਫਰ ਲੈਟਰ ਤਾਂ ਉਹਨਾਂ ਦਾ ਪ੍ਰੋਸੈਸ ਸ਼ੁਰੂ ਕਰ ਸਕਦੇ ਹਾਂ। ਤਾਂ ਇਨ ਦਾ ਮੀਨ ਟਾਈਮ ਆਪਾਂ ਬੱਚੇ ਨੂੰ ਸੁਜੈਸਟ ਕਰ ਸਕਦੇ ਹਾਂ ਕਿ ਤੁਸੀਂ ਆਪਣੇ ਆਇਲਸ ਉੱਤੇ ਧਿਆਨ ਦਿਓ, ਤੁਸੀਂ ਆਪਣਾ ਜਿਹੜਾ ਪੇਪਰ ਦੁਬਾਰਾ ਤੁਸੀਂ ਆਪਣਾ ਬੁੱਕ ਕਰੋ ਤੇ ਆਪਣਾ ਸੀਚ ਕਰਨ ਦੀ ਕੋਸ਼ਿਸ਼ ਕਰੋ। ਪਰ ਨਾਰਮਲੀ ਕੀ ਹੁੰਦਾ ਕਿ ਏਜੰਟਸ ਇੰਨਾ ਟਾਈਮ ਨਹੀਂ ਦਿੰਦੇ ਬੱਚੇ ਨੂੰ, ਇਹ ਇੰਨਾ ਸੁਜੈਸਟ ਨਹੀਂ ਕਰਦੇ, ਤੇ ਉਹ ਘੱਟ ਬੈਂਡਸ ਨਾਲ ਵੀ ਬੱਚੇ ਦੀ ਜਿਹੜੀ ਫਾਈਲ ਹੈ ਲੌਂਚ ਕਰ ਦਿੰਦੇ ਨੇ, ਜਿਹਦੇ ਕਰਕੇ ਬੱਚੇ ਨੂੰ ਰਿਫਿਊਜ਼ਲ ਦੇਖਣੀ ਪੈਂਦੀ ਹੈ। ਹੁਣ ਨਾਰਮਲ ਪਿਛਲੇ ਟਾਈਮ 'ਤੇ ਅਸੀਂ ਦੇਖਿਆ ਸੀਗਾ ਕਿ ਜਿਵੇਂ ਸਾਡਾ ਜਿਹੜਾ ਕੈਨੇਡਾ ਆਫਿਸ ਹੈਗਾ ਉਹਦੇ ਵਿੱਚ ਹੁੰਦਾ ਕੀ ਸੀਗਾ ਕਿ ਜਿਹੜੀਆਂ ਫਾਈਲਸ ਮੰਨ ਲਓ ਕਿਸੇ ਦੇ 2 'ਚ 5.5 ਨੇ, ਉਹਦੀ ਵੀ ਫਾਈਲ ਕਿਊਬਿਕ 'ਚ ਲਾ ਦਿੱਤੀ ਜਾਂਦੀ ਸੀਗੀ, ਜਾਂ ਮੰਨ ਲਓ ਕਿਸੇ ਦੇ ਅਕੈਡਮਿਕਸ ਘੱਟ ਨੇ ਉਹਨੂੰ ਸੁਜੈਸਟ ਕਰ ਦਿੱਤਾ ਜਾਂਦਾ ਸੀਗਾ ਕਿ ਤੁਸੀਂ ਕਿਊਬਿਕ ਦੇ ਵਿੱਚ ਫਾਈਲ ਲਾਓ। ਪਰ ਸੱਚਾਈ ਇਹ ਹੈਗੀ ਹੈ ਕਿ ਭਾਵੇਂ ਫਾਈਲ ਤੁਸੀਂ ਕਿਊਬਿਕ 'ਚ ਲਾ ਰਹੇ ਹੋ ਜਾਂ ਨੋਵਾ ਸਕੋਸ਼ੀਆ ਲਾ ਰਹੇ ਹੋ ਜਾਂ ਅੰਟਾਰੀਓ ਲਾ ਰਹੇ ਹੋ ਜਾਂ ਤੁਸੀਂ BC ਦੇ ਵਿੱਚ ਲਾ ਰਹੇ ਹੋ, ਉਹਨਾਂ ਦੇ ਜਿਹੜੇ ਪੈਰਾਮੀਟਰਸ ਨੇ ਤੁਹਾਡੇ ਰਿਜ਼ਲਟ ਦੇ ਉਹ ਸੇਮ ਹੀ ਰਹਿੰਦੇ ਨੇ। ਕਿਉਂਕਿ ਜਿਹੜਾ ਕੈਨੇਡਾ ਇਮੀਗ੍ਰੇਸ਼ਨ ਹੈ ਉਹ ਇਹ ਨਹੀਂ ਕਹਿੰਦੀ ਕਿ ਕਿਊਬਿਕ ਦੇ ਵਿੱਚ ਸਿਰਫ ਜੇ ਤੁਹਾਡੇ ਅਕੈਡਮਿਕਸ ਘੱਟ ਨੇ ਤੁਹਾਡਾ ਉੱਥੇ ਵੀਜ਼ਾ ਆ ਜਾਊਗਾ ਤੇ ਅੰਟਾਰੀਓ ਦੇ ਵਿੱਚ ਨਹੀਂ ਆਊਗਾ। ਜੇ ਇਸ ਤਰ੍ਹਾਂ ਹੁੰਦਾ ਹੋਵੇ ਤਾਂ ਫਿਰ ਤਾਂ ਅੰਟਾਰੀਓ ਦੇ ਜਿੰਨੇ ਵੀ ਪਬਲਿਕ ਕਾਲਜ ਨੇ ਉਹਨਾਂ ਦਾ ਕੋਈ ਰਿਫਿਊਜ਼ਲ ਹੀ ਨਾ ਆਵੇ। ਪਰ ਹੁਣ ਰੀਸੈਂਟਲੀ ਵੀ ਅਸੀਂ ਵੱਡੇ ਪੱਧਰ ਤੇ ਦੇਖਦੇ ਹਾਂ ਕਿ ਅੰਟਾਰੀਓ ਕਾਲਜਸ ਦੇ ਵੀ ਬੜੇ ਰਿਫਿਊਜ਼ਲਸ ਵੀ ਆਉਂਦੇ ਨੇ, ਠੀਕ ਹੈ, ਵੀਜ਼ਾਸ ਤਾਂ ਆਉਂਦੇ ਹੀ ਆਉਂਦੇ ਨੇ ਪਰ ਰਿਫਿਊਜ਼ਲਸ ਵੀ ਆਉਂਦੇ ਨੇ। ਪਰ ਜਿਸ ਤਰ੍ਹਾਂ ਕਿਊਬਿਕ ਨੂੰ ਐਡਵਰਟਾਈਜ਼ ਕੀਤਾ ਜਾਂਦਾ ਕਿ ਵੀ ਕਿਊਬਿਕ ਦੇ ਵਿੱਚ ਤੁਸੀਂ ਜੇ ਲਾਓਗੇ ਤਾਂ ਤੁਹਾਡਾ ਰਿਫਿਊਜ਼ਲ ਆਊਗਾ, ਉਹ ਇੱਕ ਮੇਰੇ ਹਿਸਾਬ ਨਾਲ ਗਲਤ ਧਾਰਨਾ ਹੈ। ਇਹ ਸਿਰਫ ਤੁਹਾਡੀ ਪ੍ਰੋਫਾਈਲ ਹੀ ਡਿਸਾਈਡ ਕਰਦੀ ਕਿ ਤੁਹਾਡਾ ਵੀਜ਼ਾ ਆਊਗਾ ਜਾਂ ਨਹੀਂ ਆਊਗਾ। ਈਦਰ ਯੂ ਆਰ ਅਪਲਾਈਂਗ ਇਨ ਨੋਵਾ ਸਕੋਸ਼ੀਆ, ਕਿਊਬੈਕ, ਅੰਟਾਰੀਓ ਔਰ BC। ਇਹ ਟੋਟਲੀ ਡਿਪੈਂਡ ਕਰਦਾ ਤੁਹਾਡੇ ਅਕੈਡਮਿਕਸ ਦੇ ਉੱਤੇ, ਤੁਹਾਡੇ ਜਿਹੜੇ ਬੈਂਡ ਸਕੋਰ ਦੇ ਉੱਤੇ, ਆਇਲਸ ਦੇ ਰਿਜ਼ਲਟ ਦੇ ਉੱਤੇ। ਫਿਰ ਉਸ ਤੋਂ ਬਾਅਦ ਜਿਹੜੀ SOP ਹੈ, SOP ਕਿਵੇਂ ਰਿਪਰੈਜ਼ੈਂਟ ਕੀਤੀ ਗਈ ਹੈ ਉਹਦੇ 'ਤੇ ਡਿਪੈਂਡ ਕਰਦਾ। ਅਤੇ ਉਹਦੇ ਨਾਲ ਜੇ ਮੰਨ ਲਓ ਆਪਾਂ ਨੂੰ ਫਾਈਨੈਂਸ਼ੀਅਲਸ ਵੀ ਦਿਖਾਉਂਦੀ, ਜੇ ਆਪਾਂ ਨੂੰ ਦਿਖਾਉਣੇ ਪੈਂਦੇ ਨੇ, ਉਹ ਤੁਸੀਂ ਫਾਈਨੈਂਸ਼ੀਅਲਸ ਕਿਵੇਂ ਤੁਸੀਂ ਉਹਦੇ ਵਿੱਚ ਬੱਚੇ ਦੇ ਸ਼ੋਅ ਕੀਤੇ ਨੇ। ਇਹ ਸਾਰੀ ਚੀਜ਼ਾਂ ਜਦੋਂ ਆਪਾਂ ਸਾਰੀਆਂ ਇੱਕ ਜਗ੍ਹਾ 'ਤੇ ਜਦੋਂ ਇਕੱਠੀਆਂ ਹੁੰਦੀਆਂ ਨੇ, ਜਦੋਂ ਅੰਬੈਸੀ 'ਚ ਆਪਾਂ ਫਾਈਲ ਲੌਂਚ ਕਰਦੇ ਹਾਂ, ਫਿਰ ਹੀ ਤੁਹਾਡਾ ਵੀਜ਼ਾ ਪਤਾ ਲੱਗਦਾ ਕਿ ਆਉਣਾ ਹੈ ਜਾਂ ਨਹੀਂ ਆਉਣਾ। ਅਤੇ ਸਟੂਡੈਂਟਸ ਨੂੰ ਮੈਂ ਤਾਂ ਇਹੀ ਰਿਕੁਐਸਟ ਕਰੂੰਗਾ ਕਿ ਤੁਹਾਡਾ ਜਿਹੜਾ ਕੰਸਲਟੈਂਟ ਹੈ ਉਹਨੂੰ ਤੁਸੀਂ ਵਾਈਜ਼ਲੀ ਚੂਜ਼ ਕਰੋ। ਪ੍ਰੋਵਿੰਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੇ ਅਪਲਾਈ ਕਰ ਰਹੇ ਹੋ, ਠੀਕ ਹੈ। ਫਰਕ ਇਸ ਨਾਲ ਪੈਂਦਾ ਕਿ ਤੁਹਾਡੀ ਫਾਈਲ ਕੌਣ ਅਪਲਾਈ ਕਰ ਰਿਹਾ, ਜਿਹੜਾ ਅਪਲਾਈ ਕਰਨ ਵਾਲਾ ਹੈ ਉਹਨੂੰ ਕਿੰਨਾ ਕੁ ਐਕਸਪੀਰੀਅੰਸ ਹੈ, ਅਤੇ ਜਿਹੜਾ ਤੁਸੀਂ ਕੋਰਸ ਲੈ ਰਹੇ ਹੋ ਕੀ ਉਹ ਰੈਲੇਵੈਂਟ ਹੈ ਜਾਂ ਨਹੀਂ ਰੈਲੇਵੈਂਟ। ਹੁਣ ਕਈ ਸਟੂਡੈਂਟਸ ਨੇ ਜਿਨ੍ਹਾਂ ਨੇ ਮੰਨ ਲਓ ਮਾਸਟਰਸ ਕੀਤੀ ਹੁੰਦੀ ਹੈ, ਹੋ ਸਕਦਾ ਕਿ ਉਹਨਾਂ ਦਾ ਕਿਊਬਿਕ ਦੇ ਵਿੱਚ ਕੋਰਸ ਨਾ ਅਵੇਲੇਬਲ ਹੋਵੇ, ਅਤੇ ਅਸੀਂ ਉਸ ਬੱਚੇ ਨੂੰ ਆਪਾਂ ਅੰਟਾਰੀਓ ਜਾਂ BC ਦੇ ਵਿੱਚ ਆਪਾਂ ਕੋਰਸ, ਜਾਂ ਮੰਨ ਲਓ ਕੋਈ ਯੂਨੀਵਰਸਿਟੀ ਕੈਟਾਗਰੀ ਦੇ ਵਿੱਚ ਹਮੇਸ਼ਾ ਬੱਚੇ ਨੂੰ ਸੁਜੈਸਟ ਕਰ ਦੇਂਗੇ ਤੁਸੀਂ ਉੱਥੇ ਆਪਦਾ ਕੋਰਸ ਲਓ। ਜ਼ਰੂਰੀ ਨਹੀਂਗਾ ਕਿ ਹਰੇਕ ਬੱਚੇ ਨੂੰ ਆਪਾਂ ਕਿਊਬਿਕ ਦੇ ਵਿੱਚ ਅਸੀਂ ਭੇਜਾਂਗੇ। ਹੁਣ ਕਿਊਬਿਕ ਦੇ ਵਿੱਚ ਹੋ ਸਕਦਾ ਕਿ ਜਿਹੜੇ ਅੰਡਰ ਗ੍ਰੈਜੂਏਟ ਜਿਹੜੇ ਕੋਰਸਿਸ ਨੇ ਜ਼ਿਆਦਾ ਅਵੇਲੇਬਲ ਨੇ, ਠੀਕ ਹੈ, ਹੋ ਸਕਦਾ ਉਹਦੇ ਵਿੱਚ ਸਿਰਫ ਆਪਾਂ ਜਿਹੜੇ +2 ਵਾਲੇ ਸਟੂਡੈਂਟਸ ਨੂੰ ਜ਼ਿਆਦਾ ਐਂਟਰਟੇਨ ਕਰ ਸਕੀਏ। ਇਹ ਡਿਪੈਂਡ ਕਰਦਾ ਕਿ ਤੁਸੀਂ ਕਿਸ ਟਾਈਮ ਤੁਸੀਂ ਫਾਈਲ ਅਪਲਾਈ ਕਰ ਰਹੇ ਹੋ, ਉਸ ਟਾਈਮ ਤੱਕ ਕਿੰਨੀਆਂ ਸੀਟਸ ਅਵੇਲੇਬਲ ਨੇ ਕਾਲਜਸ ਦੇ ਕੋਲ, ਕੀ
ਮੰਨ ਲਓ ਜਦੋਂ ਤੁਸੀਂ ਅਪਲਾਈ ਕਰ ਰਹੇ ਹੋ ਉਸ ਟਾਈਮ ਅੰਡਰ ਗ੍ਰੈਜੂਏਟ ਬੱਚਿਆਂ ਵਾਸਤੇ ਸੀਟਸ ਜ਼ਿਆਦਾ ਅਵੇਲੇਬਲ ਨੇ ਜਾਂ ਮਾਸਟਰਸ ਵਾਲੇ ਬੱਚਿਆਂ ਵਾਸਤੇ ਜ਼ਿਆਦਾ ਅਵੇਲੇਬਲ ਨੇ। ਤੇ ਇਹ ਸਾਰੀ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਹੀ ਅਸੀਂ ਅਪਲਾਈ ਕਰਦੇ ਹਾਂ। ਅਸੀਂ ਇਹ ਨਹੀਂ ਦੇਖਦੇ ਕਿ ਬੱਚਾ ਕਿਊਬੈਕ 'ਚ ਅਪਲਾਈ ਕਰਨਾ ਹੈ ਅਸੀਂ ਜਾਂ ਅੰਟਾਰੀਓ 'ਚ ਕਰਨਾ ਹੈ ਜਾਂ ਨੋਵਾ ਸਕੋਸ਼ੀਆ 'ਚ ਕਰਨਾ ਹੈ, ਕਿਉਂਕਿ CICC ਮੈਂਬਰ ਦੇ ਕੋਲੋਂ ਤੁਹਾਨੂੰ ਵੀਜ਼ਾ ਅਪਲਾਈ ਕਰਨ ਦਾ ਸਭ ਤੋਂ ਵੱਡਾ ਫਾਇਦਾ ਇਹ ਹੈਗਾ ਕਿ ਉਹਨਾਂ ਨੂੰ ਇੱਕ ਕੈਨੇਡਾ ਇਮੀਗ੍ਰੇਸ਼ਨ ਦੀ ਸਾਰੀ ਨੌਲੇਜ ਹੁੰਦੀ ਹੈ ਤੇ ਓਵਰਆਲ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਪ੍ਰੈਜ਼ੈਂਟ ਸਿਨੈਰੀਓ ਦੇ ਵਿੱਚ ਕਿਹੜੀ ਪ੍ਰੋਵਿੰਸ ਦੇ ਵਿੱਚ PR ਦੇ ਚਾਂਸਿਸ ਜ਼ਿਆਦਾ ਬ੍ਰਾਈਟ ਨੇ ਜਾਂ ਕਿਹੜੇ ਕੋਰਸ ਦੀ ਕਿੱਥੇ ਇਸ ਟਾਈਮ ਜ਼ਿਆਦਾ ਜ਼ਰੂਰਤ ਹੈ। ਉਹਦੇ ਅਕੋਰਡਿੰਗ ਬੱਚੇ ਦੀ ਪ੍ਰੋਫਾਈਲ ਨੂੰ ਧਿਆਨ 'ਚ ਰੱਖ ਕੇ ਜਿਹੜੇ ਸਾਡੇ CICC ਮੈਂਬਰ ਨੇ ਉਹ ਸੁਜੈਸ਼ਨ ਦਿੰਦੇ ਆ ਕਿ ਤੁਸੀਂ ਇਸ ਪ੍ਰੋਵਿੰਸ ਨੂੰ ਟਾਰਗੇਟ ਕਰੋ ਜਾਂ ਇਸ ਕੋਰਸ ਨੂੰ ਟਾਰਗੇਟ ਕਰੋ, ਤਾਂ ਕਿ ਕੱਲ੍ਹ ਨੂੰ ਤੁਸੀਂ ਉੱਥੇ ਜਾ ਕੇ ਸਕਸੈਸਫੁਲ ਹੋਵੋ ਤੇ ਤੁਸੀਂ ਆਪਣੀ ਫੈਮਿਲੀ ਨੂੰ ਵੀ ਸੱਦ ਸਕੋ, ਆਪਣੇ ਪੇਰੈਂਟਸ ਨੂੰ ਸੱਦ ਸਕੋ। ਅੱਛਾ, ਹੁਣ ਮੈਂ ਇਹ ਵੀ ਚਾਹੂੰਗਾ ਕਿ ਮਈ ਇਨਟੇਕ 'ਚ ਕਿੱਥੇ ਸੀਟਸ ਅਵੇਲੇਬਲ ਨੇ, ਕਿੰਨੇ ਕੁ ਆਇਲਟਸ ਸਕੋਰ ਦੇ ਉੱਤੇ ਤੁਸੀਂ ਚਾਹੋਗੇ ਕਿ ਵਿਦਿਆਰਥੀ ਅਪਲਾਈ ਕਰ ਲੈਣ ਮਈ ਲਈ ਔਰ ਸੈਪਟੰਬਰ ਲਈ ਵੀ? ਡੱਲਾ ਸਾਹਿਬ, ਇਸ ਟਾਈਮ ਜੇ ਆਪਾਂ ਵੇਖੀਏ ਦੋ ਸਿਚੁਏਸ਼ਨਸ ਨੇ। ਇੱਕ ਤਾਂ ਉਹ ਬੱਚੇ ਨੇ ਜਿਨ੍ਹਾਂ ਦਾ ਜਿਹੜੇ ਬੱਚੇ ਆਪਣਾ ਜਨਵਰੀ ਇਨਟੇਕ ਦਾ ਆਪਣਾ ਰਿਜ਼ਲਟ ਵੇਟ ਕਰ ਰਹੇ ਸੀਗੇ, ਠੀਕ ਹੈ। ਜੇ ਦੇਖਿਆ ਜਾਵੇ ਤਾਂ ਬਹੁਤ ਬੱਚਿਆਂ ਦਾ ਰਿਜ਼ਲਟ ਆ ਚੁੱਕਿਆ, ਕਈਆਂ ਦਾ ਰਿਜ਼ਲਟ ਹਾਲੀ ਪੈਂਡਿੰਗ ਹੈ। ਹੁਣ ਜਿਵੇਂ ਕਿ ਸੁਰਿੰਦਰ ਜੀ ਨੇ ਆਖਿਆ ਕਿ ਮਈ ਇਨਟੇਕ ਵਾਸਤੇ ਕਿਹੜੇ ਕਾਲਜਸ ਕਿੱਥੇ ਅਵੇਲੇਬਲ ਨੇ, ਬੜੇ ਹੀ ਲਿਮਟਿਡ ਜੇ ਕਾਲਜ ਜੇ ਆਪਾਂ ਕਹੀਏ ਕਿ ਅੰਟਾਰੀਓ ਦੇ ਵਿੱਚ ਅਵੇਲੇਬਲ ਨੇ। ਉਹਦੇ ਵਿੱਚ ਕੁਝ ਯੂਨੀਵਰਸਿਟੀ ਕੈਟਾਗਰੀਜ਼ ਦੇ ਵਿੱਚ ਕੋਰਸਿਸ ਅਵੇਲੇਬਲ ਨੇ, ਕੁਛ ਮਤਲਬ ਕੋਨੈਸਟੋਗਾ ਕਾਲਜ ਹੋ ਗਿਆ ਜਾਂ ਲੈਂਪਟਨ ਕਾਲਜ ਹੋ ਗਿਆ, ਠੀਕ ਹੈ। ਸੈਨਿਕਾ ਦੇ ਵਿੱਚ ਕੁਛ ਸੀਟਸ ਆਪਾਂ ਕਹਿ ਸਕਦੇ ਹਾਂ ਕੁਛ ਅਵੇਲੇਬਲ, ਡਿਪੈਂਡ ਕਰਦਾ ਕਿ ਤੁਹਾਡੀ ਪ੍ਰੋਫਾਈਲ ਕਿਸ ਤਰ੍ਹਾਂ, ਤੁਹਾਡੇ ਮਾਰਕਸ ਕਿਸ ਤਰ੍ਹਾਂ ਨੇ, ਕਿ ਜਿਹੜੇ ਕੋਰਸਿਸ ਉਹਨਾਂ ਕਾਲਜਸ ਦੇ ਵਿੱਚ ਅਵੇਲੇਬਲ ਨੇ ਕਿ ਉਸ ਕੋਰਸਿਸ ਦੇ ਰਿਲੇਟਿਡ ਤੁਹਾਡੇ ਜਿਹੜੇ ਮੰਨ ਲਓ ਤੁਹਾਡੇ ਮਾਰਕਸ਼ੀਟਸ ਦੇ ਵਿੱਚ ਜਿਹੜੇ ਸਬਜੈਕਟਸ ਨੇ ਕਿ ਉਹਨਾਂ ਦੇ ਵਿੱਚ ਵੀ ਉਹਨੇ ਨੰਬਰ ਹੈ ਜਾਂ ਨਹੀਂ। ਇਹ ਸਾਰੀ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਆਪਾਂ ਦੇਖ ਸਕਦੇ ਹਾਂ ਕਿ ਕੁਝ ਲਿਮਟਿਡ ਕਾਲਜਸ ਦੇ ਵਿੱਚ ਲਿਮਟਿਡ ਸੀਟਸ ਅਵੇਲੇਬਲ ਨੇ ਅੰਟਾਰੀਓ ਦੇ ਵਿੱਚ ਤੇ BC ਦੇ ਵਿੱਚ। ਔਰ ਉਹਦੇ ਨਾਲ ਕਿਉਂਕਿ ਕਿਊਬੈਕ ਨੂੰ ਅੱਜ ਕੱਲ੍ਹ ਜਿਹੜੇ ਕੰਸਲਟੈਂਟਸ ਨੇ ਕੋਈ ਜ਼ਿਆਦਾ ਪ੍ਰਮੋਟ ਨਹੀਂ ਕਰ ਰਹੇ ਤੇ ਕਿਊਬੈਕ ਦੇ ਵਿੱਚ ਕਾਫੀ ਸੀਟਸ ਅਵੇਲੇਬਲ ਨੇ ਮਈ ਇਨਟੇਕ ਦੇ ਲਈ। ਤੇ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਜਿਵੇਂ ਕਿਊਬੈਕ ਦੇ ਵਿੱਚ ਜਿਹੜੇ ਕਾਲਜਸ ਨੇ ਤੁਸੀਂ ਉਹਨਾਂ ਨੂੰ ਟਾਰਗੇਟ ਕਰ ਸਕਦੇ ਹੋ, ਪਰ ਬਸ਼ਰਤੇ ਕਿ ਤੁਹਾਡੀ ਪ੍ਰੋਫਾਈਲ ਚੰਗੀ ਹੈ, ਤੁਹਾਡਾ ਆਇਲਸ ਦੇ ਵਿੱਚ ਸਕੋਰ ਚੰਗਾ ਹੈ, ਤੁਹਾਡਾ ਅਕੈਡਮਿਕਸ ਚੰਗੇ ਨੇ। ਕਿਉਂਕਿ ਬਜਾਏ ਇਸ ਦੇ ਕਿ ਲੈਟਸ ਸੇ ਕਿ ਜੇ ਤੁਹਾਨੂੰ ਅੰਟਾਰੀਓ ਦੇ ਵਿੱਚ ਜਾਂ BC ਦੇ ਵਿੱਚ ਜਾਂ ਨੋਵਾ ਸਕੋਸ਼ੀਆ ਦੇ ਵਿੱਚ ਜਾਂ ਸਕੈਚੂਨ ਦੇ ਵਿੱਚ ਜਾਂ ਅਲਬਰਟਾ ਦੇ ਵਿੱਚ ਜੇ ਤੁਹਾਨੂੰ ਮਈ ਇਨਟੇਕ ਨਹੀਂ ਮਿਲ ਰਿਹਾ, ਇਨਸਟੈਡ ਆਫ ਗੋਇੰਗ ਟੂ ਸੈਪਟੰਬਰ, ਜੇ ਤੁਸੀਂ ਸੈਪਟੰਬਰ ਜਾਓਗੇ ਤੁਹਾਡਾ ਜਿਹੜਾ ਵਿਚਕਾਰ 6 ਤੋਂ 7 ਕੀ ਤੁਸੀਂ ਆਲਮੋਸਟ ਹਿਸਾਬ ਲਾਓ ਕਿ 9 ਤੋਂ 10 ਮਹੀਨੇ ਦਾ ਵਿੱਚ ਗੈਪ ਪੈ ਜਾਣਾ। ਉਸ ਗੈਪ ਨੂੰ ਨਾ ਪਾਉਂਦੇ ਹੋਏ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਜੇ ਤੁਹਾਡੀ ਪ੍ਰੋਫਾਈਲ ਚੰਗੀ ਹੈ ਤਾਂ ਤੁਸੀਂ ਮਈ ਇਨਟੇਕ ਜਿਹੜਾ ਕਿਊਬੈਕ ਦੇ ਵਿੱਚ ਹੈਗਾ ਤੁਸੀਂ ਉਹਨੂੰ ਟਾਰਗੇਟ ਕਰ ਸਕਦੇ ਹੋ। ਤੇ ਉਹਦੇ ਨਾਲ ਕੀ ਹੈਗਾ ਕਿ ਤੁਹਾਡਾ ਗੈਪ ਵੀ ਨਹੀਂ ਪਊਗਾ ਤੇ ਤੁਸੀਂ ਆਪਣਾ ਟਾਈਮ ਸਿਰ ਤੁਸੀਂ ਵੀਜ਼ਾ ਵੀ ਲੈ ਸਕਦੇ ਹੋ। ਹੁਣ ਇਹਦੇ ਨਾਲ ਆਪਾਂ ਇੱਕ ਹੋਰ ਚੀਜ਼ ਤੇ ਵੀ ਆਪਾਂ ਡਿਸਕਸ ਕਰ ਸਕਦੇ ਹਾਂ ਕਿ ਹੁਣ ਕਈ ਬੱਚਿਆਂ ਦੇ ਵੀਜ਼ਾਸ ਆ ਰਹੇ ਨੇ ਜਨਵਰੀ ਇਨਟੇਕ ਵਾਸਤੇ। ਹੁਣ ਕਈਆਂ ਨੇ ਡੈਫਰਮੈਂਟਸ ਪਾਈਆਂ ਹੋਈਆਂ ਨੇ, ਠੀਕ ਹੈ। ਔਰ ਕਈ ਬੱਚੇ ਇਹੋ ਜਿਹੇ ਨੇ ਕਿ ਜਿਨ੍ਹਾਂ ਦਾ ਤਾਂ ਜਨਵਰੀ ਦੇ ਐਂਡ ਦੇ ਵਿੱਚ ਮੰਨ ਲਓ ਲੈਟਸ ਸੇ ਕਿ ਕੋਰਸ ਸ਼ੁਰੂ ਹੋ ਰਿਹਾ, ਉਹਨਾਂ ਕੋਲ ਤਾਂ ਹਾਲੀ ਆਪਸ਼ਨਸ ਹੈਗੀਆਂ, ਉਹਨਾਂ ਕੋਲ ਤਾਂ ਹਾਲੀ ਟਾਈਮ ਹੈ ਕਿ ਸ਼ਾਇਦ ਜਨਵਰੀ ਦੇ ਸਟਾਰਟ ਤੱਕ ਕੋਈ ਰਿਜ਼ਲਟ ਆ ਜੇ ਤੇ ਸਟਿਲ ਜਾਨੀ ਕਿ ਆਪਣੀ PPR ਜੇ ਉਹਨਾਂ ਨੂੰ ਆ ਜਾਂਦੀ ਜਨਵਰੀ ਦੇ ਫਸਟ ਇਨਟੇਕ ਦੇ ਫਸਟ ਵੀਕ ਦੇ ਵਿੱਚ ਤੇ ਉਹ ਆਪਣੀ ਡੈਫਰਮੈਂਟ ਵੀ ਮੰਗਵਾ ਸਕਦੇ ਨੇ, ਪਲੱਸ ਆਪਣਾ PPR ਵੀ ਤੁਸੀਂ ਮੰਨ ਲਓ ਆਪਣਾ ਪਾਸਪੋਰਟ ਸਟੈਂਪਿੰਗ ਵਾਸਤੇ ਭੇਜ ਕੇ ਤੁਸੀਂ ਸਟਿਲ ਤੁਹਾਡੇ ਕੋਲ ਟਾਈਮ ਹੈ, ਤੁਸੀਂ ਟਰੈਵਲ ਕਰ ਸਕਦੇ ਹੋ। ਪਰ ਜਿਹੜੇ ਕਈ ਬੱਚੇ ਨੇ ਜਿਨ੍ਹਾਂ ਦਾ ਜਿਹੜਾ ਕੋਰਸ ਹੈ ਜਨਵਰੀ ਦੇ ਫਸਟ ਵੀਕ ਦੇ ਵਿੱਚ ਜਾਂ 10 ਜਾਂ 12 ਤਰੀਕ ਤੱਕ ਸ਼ੁਰੂ ਹੋ ਰਿਹਾ, ਉਹਨਾਂ ਕੋਲ ਇੰਨਾ ਅਨਫ ਟਾਈਮ ਨਹੀਂਗਾ ਕਿ ਜੇ ਅੱਜ ਉਹਨਾਂ ਦੀ PPR ਆ ਵੀ ਜਾਂਦੀ ਹੈ ਕਿ ਉਹ ਸਹੀ ਟਾਈਮ 'ਤੇ ਕੈਨੇਡਾ ਪਹੁੰਚ ਸਕਣਗੇ। ਤੇ ਉਹਨਾਂ ਬੱਚਿਆਂ ਨੂੰ ਮੇਰੀ ਰਿਕੁਐਸਟ ਹੈ ਕਿ ਨਾਲ ਹੀ ਨਾਲ ਤੁਸੀਂ ਆਪਣਾ ਡੈਫਰਮੈਂਟ ਵੀ ਮੰਗਵਾ ਕੇ ਰੱਖੋ। ਹੁਣ ਕਈ ਬੱਚਿਆਂ ਨੂੰ ਤਾਂ ਹੋ ਸਕਦਾ ਕਿ ਮਈ ਇਨਟੇਕ ਦੀ ਡੈਫਰਮੈਂਟ ਮਿਲ ਜੇ, ਪਰ ਬਹੁਤ ਸਾਰੇ ਬੱਚੇ ਇਹੋ ਜਿਹੇ ਹੋਣਗੇ ਜਿਨ੍ਹਾਂ ਨੂੰ ਮਈ ਦੀ ਡੈਫਰਮੈਂਟ ਨਹੀਂ ਮਿਲੂਗੀ, ਉਹਨਾਂ ਨੂੰ ਸਤੰਬਰ ਦੀ ਡੈਫਰਮੈਂਟ ਮਿਲੂਗੀ। ਹੁਣ ਇਹਦੇ ਵਿੱਚ ਵੀ ਦੋ ਸਿਚੁਏਸ਼ਨਸ ਇਹ ਆਉਂਦੀਆਂ ਨੇ ਕਿ ਲੈਟਸ ਸੇ ਕਿ ਜਿਹੜੇ ਤਾਂ ਬੱਚਿਆਂ ਨੂੰ ਆਨਲਾਈਨ ਕਲਾਸਿਸ ਕਈ ਬੱਚਿਆਂ ਕੋਲ ਜਿਹਦਾ ਕੋਈ ਪ੍ਰੈਕਟੀਕਲ ਕੋਰਸ ਉਹਨਾਂ ਨੇ ਨਹੀਂ ਲਿਆ ਹੋਇਆ, ਕੋਈ ਥਿਓਰੀਟੀਕਲ ਕੋਰਸ ਹੈ, ਜੇ ਮਤਲਬ ਕੋਈ ਕਾਲਜ ਤੁਹਾਨੂੰ ਅਲਾਓ ਕਰ ਰਿਹਾ ਕਿ ਤੁਸੀਂ ਆਨਲਾਈਨ ਕਲਾਸਾਂ ਲਾ ਸਕਦੇ ਹੋ, ਤਾਂ ਲੈਟਸ ਸੇ ਤੁਸੀਂ ਆਪਣੀ ਆਨਲਾਈਨ ਕਲਾਸਾਂ ਵੀ ਸ਼ੁਰੂ ਕਰ ਸਕਦੇ ਹੋ। ਪਰ ਸ਼ਰਤ ਇਹ ਹੈਗੀ ਹੈ ਕਿ ਤੁਹਾਡਾ ਜਿਹੜੀ ਰਿਫੰਡ ਪਾਲਿਸੀ ਹੈ ਉਹ ਥੋੜ੍ਹੀ ਵਧੀਆ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਕੱਲ੍ਹ ਨੂੰ ਜੇ ਤੁਸੀਂ ਆਨਲਾਈਨ ਕਲਾਸਾਂ ਤੁਹਾਨੂੰ ਜ਼ਿਆਦਾ ਲੰਬੀਆਂ ਲਾਉਣੀਆਂ ਪੈਣ ਅਤੇ ਤੁਹਾਡੇ ਪੈਸੇ ਕੱਟ ਜਾਣ, ਠੀਕ ਹੈ। ਇਹ ਤੁਸੀਂ ਜੇ ਤੁਹਾਡੀ ਰਿਫੰਡ ਪਾਲਿਸੀ ਫੇਵਰੇਬਲ ਹੈ ਤੁਹਾਡੇ, ਅਤੇ ਤੁਸੀਂ ਆਪਣਾ ਆਨਲਾਈਨ ਕਲਾਸਾਂ ਵੀ ਸ਼ੁਰੂ ਕਰ ਸਕਦੇ ਹੋ, ਠੀਕ ਹੈ। ਅਤੇ ਜੇ ਇਨ ਦਾ ਮੀਨ ਟਾਈਮ ਜੇ ਤੁਹਾਡਾ ਮਤਲਬ PPR ਆ ਗਈ ਹੈ, ਤੁਸੀਂ ਦੂਜੇ ਪਾਸੇ ਤੁਸੀਂ ਆਪਣੀ ਆਨਲਾਈਨ ਕਲਾਸਾਂ ਵੀ ਸ਼ੁਰੂ ਕਰ ਸਕਦੇ ਹੋ। ਅਤੇ ਉਸ ਤੋਂ ਬਾਅਦ ਵੀ ਤੁਸੀਂ ਲੇਟਰ ਔਨ ਜਦੋਂ ਤੁਹਾਡਾ ਪਾਸਪੋਰਟ ਸਟੈਂਪਿੰਗ ਹੋ ਕੇ ਆ ਜਾਊਗਾ ਅਤੇ ਤੁਸੀਂ ਫਲਾਈ ਵੀ ਕਰ ਸਕਦੇ ਹੋ।
ਹੁਣ ਇਹ ਡਿਪੈਂਡ ਕਰਦਾ ਹੈ ਕਿ ਤੁਹਾਡਾ ਕੋਰਸ ਸ਼ੁਰੂ ਕਦੋਂ ਹੋ ਰਿਹਾ ਹੈ ਤੇ ਕੀ ਤੁਹਾਨੂੰ ਡੈਫਰਮੈਂਟ ਮਿਲਦੀ ਹੈ ਮਈ ਇਨਟੇਕ ਦੀ ਕਿ ਨਹੀਂ ਮਿਲਦੀ। ਜੇ ਮਿਲਦੀ ਹੈ ਤਾਂ ਤੁਸੀਂ ਲਾਸਟ ਮੂਮੈਂਟ ਤੱਕ ਜੇ ਟਰਾਈ ਕਰੋ ਕਿ ਜੇ ਤੁਹਾਨੂੰ ਪੀਪੀਆਰ ਆ ਜਾਂਦੀ ਹੈ ਤਾਂ ਇਟਸ ਗੁੱਡ, ਨਹੀਂ ਤਾਂ ਤੁਸੀਂ ਅੰਬੈਸੀ ਨੂੰ ਤਾਂ ਹੀ ਤੁਸੀਂ ਲਾਸਟ ਮੂਮੈਂਟ 'ਤੇ ਆ ਕੇ ਤੁਸੀਂ ਅਪਡੇਟ ਕਰੋ ਅੰਬੈਸੀ ਨੂੰ ਕਿ ਮੈਂ ਮਈ ਦੀ ਡੈਫਰਮੈਂਟ ਮਿਲ ਗਈ ਹੈ ਤੇ ਤੁਸੀਂ ਮਈ ਤੱਕ ਵੀ ਸਾਡਾ ਮਤਲਬ ਜਿਹੜਾ ਰਿਜ਼ਲਟ ਹੈ ਤੁਸੀਂ ਖਿੱਚ ਸਕਦੇ ਹੋ। ਕਿਤੇ ਇਹ ਨਾ ਹੋਵੇ ਕਿ ਮਤਲਬ ਤੁਹਾਡੇ ਕੋਲ ਹਾਲੇ ਟਾਈਮ ਪਿਆ ਹੋਵੇ, ਤੁਸੀਂ ਪਹਿਲਾਂ ਹੀ ਆਪਣੀ ਡੈਫਰਮੈਂਟ ਭੇਜ ਦਿਓ ਤੇ ਫਿਰ ਉਹਦੇ ਨਾਲ ਕੀ ਹੋ ਸਕਦਾ ਕਿ ਜੇ ਤੁਹਾਡਾ ਰਿਜ਼ਲਟ ਆਉਣਾ ਵੀ ਹੋਇਆ ਤੇ ਉਹ ਵੀ ਐਕਸਟੈਂਡ ਹੋ ਸਕਦਾ। ਤੇ ਇਹ ਸਾਰੀ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਤੁਸੀਂ ਆਪਣਾ ਅਗਲਾ ਡਿਸੀਜਨ ਲਓ। ਸੋ ਬਹੁਤ ਹੀ ਵਧੀਆ ਪਵਨਦੀਪ ਸਿੰਘ ਹੋਰਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ। ਸੋ ਸਾਰੇ ਵਿਦਿਆਰਥੀ ਜਿਹੜੇ ਹੁਣ ਵੀ ਕਿਊਬਿਕਸ ਕੋਈ ਓਪਰਚੁਨਿਟੀ ਦੇਖ ਰਹੇ ਨੇ ਜਾਂ ਕਿਸੇ ਦਾ ਰਿਸ਼ਤੇਦਾਰ ਹੈ, ਭੈਣ ਭਰਾ ਹੈ, ਉਹ ਕਿਊਬਿਕ ਨੂੰ ਕੰਸੀਡਰ ਕਰ ਸਕਦੇ ਨੇ, ਪਰ ਅਪਲਾਈ CICC ਮੈਂਬਰ ਦੇ ਜ਼ਰੀਏ ਕਰਨਾ ਹੈ, ਕਿਸੇ ਵੀ ਹੋਰ ਕੰਸਲਟੈਂਟ ਦੇ ਜ਼ਰੀਏ ਨਾ ਕਰੋ, ਕਿਉਂਕਿ ਪਤਾ ਨਹੀਂ ਉਹ ਕੰਸਲਟੈਂਟ ਕਾਲਜਸ ਨਾਲ ਡਾਇਰੈਕਟ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਜਾਂ ਨਹੀਂ। ਔਰ ਸਕਾਈਟੈਕ ਇਮੀਗ੍ਰੇਸ਼ਨ ਦਾ ਆਫਿਸ ਮੌਂਟਰੀਅਲ 'ਚ ਵੀ ਹੈ, ਗੁਰਦਾਸਪੁਰ ਵੀ ਹੈ ਪੰਜਾਬ 'ਚ, ਜਲੰਧਰ ਵੀ ਹੈ, ਅਬੋਹਰ ਵੀ ਹੈ। ਦਿੱਤੇ ਹੋਏ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਥੈਂਕ ਯੂ ਸੋ ਮਚ।